ਹੈਲੋ ਫਰੈਂਡਸ, ਵੈਲਕਮ ਟੂ ਮਾਈ ਚੈਨਲ। ਅੱਜ ਆਪਾਂ ਡਿਸਕਸ ਕਰਾਂਗੇ ਆਪਣਾ ਕਿਊ ਕਾਰਡ। ਡਿਸਕ੍ਰਾਈਬ ਐਨ ਅਚੀਵਮੈਂਟ ਔਰ ਸਕਸੈਸ ਯੂ ਆਰ ਪ੍ਰਾਊਡ ਆਫ। ਵੇਖੋ, ਅੱਜ ਆਪਾਂ ਇਹਦੀ ਜੰਬੋ ਕਿਊ ਕਾਰਡ ਕਰਾਂਗੇ ਕਿ ਇੱਕ ਸਟੋਰੀ ਕਰਕੇ ਆਪਾਂ ਕਿਹੜੇ ਕਿਊ ਕਾਰਡਸ ਦੇ ਵਿੱਚ ਅਟੈਚ ਕਰ ਸਕਦੇ ਹਾਂ। ਤਾਂ ਆਪਣੇ ਕੋਲ 3 ਕਿਊ ਕਾਰਡ ਹੈਗੇ ਆ। ਪਹਿਲਾ ਕਿਊ ਕਾਰਡ ਹੈਗਾ ਆਪਣੇ ਕੋਲ ਡਿਸਕ੍ਰਾਈਬ ਐਨ ਅਚੀਵਮੈਂਟ ਔਰ ਸਕਸੈਸ ਯੂ ਆਰ ਪ੍ਰਾਊਡ ਆਫ। ਫਿਰ ਕਿਊ ਕਾਰਡ ਹੈਗਾ ਡਿਸਕ੍ਰਾਈਬ ਅ ਪੋਜ਼ੀਟਿਵ ਚੇਂਜ, ਅਤੇ ਫਿਰ ਹੈਗਾ ਡਿਸਕ੍ਰਾਈਬ ਅ ਡਿਫੀਕਲਟ ਥਿੰਗ ਦੈਟ ਯੂ ਡਿਡ ਐਂਡ ਸਕਸੀਡਿਡ। ਇਹਨਾਂ ਤਿੰਨਾਂ ਦੇ ਵਿੱਚ ਆਪਾਂ ਇੱਕ ਸਟੋਰੀ ਕਰ ਸਕਦੇ ਹਾਂ ਅਤੇ ਹਰ ਇੱਕ ਕਿਊ ਦੇ ਵਿੱਚ ਆਪਾਂ ਇਹ ਉਹੀ ਸਟੋਰੀ ਵਿੱਚ ਕੀ ਆ ਪਾ ਸਕਦੇ ਹਾਂ। ਹੁਣ ਵੇਖੋ, ਜਿਹੜੀ ਆਪਾਂ ਸਟੋਰੀ ਕੀਤੀ ਆ ਉਹ ਇਹ ਕੀਤੀ ਆ ਕਿ 2 ਸਾਲ ਪਹਿਲਾਂ ਮੈਂ ਐ ਹੁੰਦਾ ਸੀ, ਉਸ ਤੋਂ ਬਾਅਦ ਮੇਰੇ ਵਿੱਚ ਇਹ ਇੱਕ ਅਚੀਵਮੈਂਟ ਅਚੀਵ ਕੀਤੀ ਕਿ ਮੈਂ ਪਹਿਲਾਂ ਐ ਹੁੰਦਾ ਸੀ, ਉਸ ਤੋਂ ਬਾਅਦ ਮੇਰੇ ਵਿੱਚ ਆਹ ਚੇਂਜ ਆਇਆ, ਅਤੇ ਇਹ ਕੀ ਆ ਮੇਰੇ ਵਾਸਤੇ ਇੱਕ ਅਚੀਵਮੈਂਟ ਵੀ ਆ ਅਤੇ ਇਹਦੇ 'ਤੇ ਮੈਂ ਪ੍ਰਾਊਡ ਆਫ ਵੀ ਹਾਂ, ਅਤੇ ਇਹ ਇੱਕ ਮੇਰਾ ਪੋਜ਼ੀਟਿਵ ਚੇਂਜ ਵੀ ਹੋਊਗਾ। ਵੀ ਜਿਹੜੀ ਸਟੋਰੀ ਆਪਾਂ ਕਰਾਂਗੇ ਉਹ ਸਟੋਰੀ ਕੀ ਹੋਊਗੀ, ਅਚੀਵਮੈਂਟ ਵੀ ਹੋਊਗੀ ਜਿਹਦੇ 'ਤੇ ਆਪਾਂ ਪ੍ਰਾਊਡ ਕਰਾਂਗੇ, ਅਤੇ ਉਹ ਇੱਕ ਪੋਜ਼ੀਟਿਵ ਚੇਂਜ ਵੀ ਹੋਊਗਾ। ਅਤੇ ਉਹ ਇੱਕ ਡਿਫੀਕਲਟ ਥਿੰਗ ਵੀ ਸੀਗੀ ਜਿਹੜੀ ਪਹਿਲਾਂ ਮੇਰੇ ਵਾਸਤੇ ਬਹੁਤ ਔਖੀ ਸੀ, ਅਤੇ ਫਿਰ ਵੀ ਮੈਂ ਉਹਦੇ ਵਿੱਚ ਸਕਸੈਸ ਹਾਸਲ ਕੀਤੀ। ਠੀਕ ਆ, ਪਹਿਲਾਂ ਮੇਰੇ ਵਾਸਤੇ ਉਹ ਡਿਫੀਕਲਟ ਸੀ, ਦੈਨ ਆਈ ਸਕਸੀਡਿਡ ਇਨ ਦੈਟ ਪਰਟੀਕੂਲਰ ਥਿੰਗ। ਸੋ ਚਲੋ ਅੱਜ ਆਪਾਂ ਵੇਖਦੇ ਹਾਂ ਆਪਣੀ ਸਟੋਰੀ ਜਿਹੜੀ ਕਿ ਆਪਾਂ ਤਿੰਨਾਂ ਦੇ ਵਿੱਚ ਕਿਊ ਕਾਰਡਸ ਦੇ ਵਿੱਚ ਪਾ ਸਕਦੇ ਹਾਂ। ਸੋ ਸਭ ਤੋਂ ਪਹਿਲਾਂ ਆਪਾਂ ਕਿਊਜ਼ ਵੇਖ ਲੈਂਦੇ ਹਾਂ ਆਪਣੇ ਕਿ ਕਿਹੜੇ ਕਿਊਜ਼ ਨੇ। ਸੋ ਆਪਾਂ ਅਚੀਵਮੈਂਟ ਐਂਡ ਸਕਸੈਸ ਯੂ ਆਰ ਪ੍ਰਾਊਡ ਆਫ ਇਸ ਕਿਊ ਕਾਰਡ ਨੂੰ ਲੈ ਕੇ ਚੱਲਾਂਗੇ, ਅਤੇ ਬਾਕੀ ਸਟੋਰੀ ਵੀ ਕੀ ਆ, ਸੇਮ ਹੋਊਗੀ। ਤਾਂ ਆਪਣਾ ਪਹਿਲਾ ਕਿਊ ਹੈਗਾ ਵਟ ਯੂ ਡਿਡ, ਕਿ ਤੁਸੀਂ ਕੀ ਕੀਤਾ ਸੀ। ਵੇਖੋ, ਵਟ ਯੂ ਡਿਡ ਮੀਨਸ ਸੈਕਿੰਡ ਫਾਰਮ ਆਫ ਡੂ। ਇਹਦਾ ਮਤਲਬ ਤੁਸੀਂ ਪਾਸਟ ਦੇ ਵਿੱਚ ਦੱਸਣਾ ਹੈ ਵੀ ਤੁਸੀਂ ਕੀ ਕੀਤਾ ਸੀ। ਇਹਦੇ ਵਿੱਚ ਆਪਾਂ ਪਾਸਟ ਟੈਂਸ ਯੂਜ਼ ਕਰਨਾ ਹੈ। ਨੈਕਸਟ ਇਜ਼ ਵੈਨ ਯੂ ਡਿਡ, ਕਦੋਂ ਕੀਤਾ ਸੀ। ਹਾਊ ਯੂ ਫੀਲ ਅਬਾਊਟ ਇਟ, ਅਤੇ ਤੁਹਾਨੂੰ ਕਿਹੋ ਜਿਹਾ ਲੱਗਦਾ ਹੈ, ਅਤੇ ਵਾਈ ਯੂ ਆਰ ਪ੍ਰਾਊਡ ਔਨ ਇਟ, ਅਤੇ ਤੁਸੀਂ ਉਹਦੇ 'ਤੇ ਪ੍ਰਾਊਡ ਕਿਉਂ ਫੀਲ ਕਰਦੇ ਜੇ। ਹੁਣ ਆਪਣੀ ਇੰਟਰੋਡਕਸ਼ਨ ਹੈਗੀ ਆ, ਬੀਇੰਗ ਐਨ ਇਨੋਵੇਟਿਵ ਪਰਸਨ ਆਈ ਹੈਵ ਅਚੀਵਡ ਮੈਨੀ ਅਚੀਵਮੈਂਟਸ ਇਨ ਮਾਈ ਲਾਈਫ ਬਟ ਵਨ ਆਫ ਦੈਮ ਇਜ਼ ਸਪੈਸ਼ਲ ਐਂਡ ਹੈਂਸ ਇਟ ਇਜ਼ ਵਰਥ ਮੈਨਸ਼ਨਿੰਗ। ਵੇਖੋ, ਆਪਾਂ ਹਰ ਇੱਕ ਕਿਊ ਕਾਰਡ ਦੀ ਇੰਟਰੋਡਕਸ਼ਨ ਸੇਮ ਰੱਖਦੇ ਹੁੰਦੇ ਹਾਂ। ਆਪਾਂ ਜੀਰਨ ਤੋਂ ਸਟਾਰਟ ਕਰਕੇ ਇੱਕ ਵਿੱਚ ਵਕੈਬ ਦਾ ਵਰਡ ਐਡ ਕਰਕੇ, ਉਸ ਤੋਂ ਬਾਅਦ ਵਨ ਆਫ ਦੈਮ ਇਜ਼ ਸਪੈਸ਼ਲ ਐਡ ਕਰਕੇ, ਅਤੇ ਫਿਰ ਵਰਥ ਮੈਨਸ਼ਨਿੰਗ ਵਾਲਾ ਸਟਰਕਚਰ ਐਡ ਕਰਦੇ ਹੁੰਦੇ ਹਾਂ। ਤੁਸੀਂ ਮੇਰੇ ਜਿੰਨੀਆਂ ਵੀਡੀਓਜ਼ ਵੇਖੀਆਂ ਹੋਣਗੀਆਂ ਉਹਨਾਂ ਦੇ ਵਿੱਚ ਸਾਰਿਆਂ ਦੇ ਵਿੱਚ ਆਪਾਂ ਸੇਮ ਸਟਰਕਚਰ ਯੂਜ਼ ਕੀਤਾ ਹੋਇਆ। ਠੀਕ ਆ, ਜੇ ਆਪਾਂ ਸੇਮ ਸਟਰਕਚਰ ਯੂਜ਼ ਕਰਦੇ ਹਾਂ ਤਾਂ ਆਪਾਂ ਜ਼ਿਆਦਾ ਕੌਨਫੀਡੈਂਟ ਹੁੰਦੇ ਹਾਂ। ਜੇ ਆਪਾਂ ਹਰ ਇੱਕ ਕਿਊ ਕਾਰਡ ਦੇ ਵਿੱਚ ਅੱਡ ਸਟਰਕਚਰ ਯੂਜ਼ ਕਰਦੇ ਹਾਂ ਤਾਂ ਆਪਾਂ ਘੱਟ ਕੌਨਫੀਡੈਂਟ ਹੁੰਦੇ ਹਾਂ। ਇਸ ਕਰਕੇ ਤੁਸੀਂ ਵੀ ਕੀ ਆ, ਇੱਕ ਹੀ ਸਟਰਕਚਰ ਫੜ ਲਓ ਅਤੇ ਉਹਨੂੰ ਹਰ ਇੱਕ ਕਿਊ ਕਾਰਡ ਦੇ ਵਿੱਚ ਯੂਜ਼ ਕਰੋ। ਸੋ ਚਲੋ ਆਪਾਂ ਇਹਦੀ ਪੰਜਾਬੀ ਵੇਖਦੇ ਹਾਂ। ਬੀਇੰਗ, ਵੇਖੋ ਤੁਹਾਨੂੰ ਪਤਾ ਜ਼ੀਰੈਂਡ ਹੈ ਕਿ ਇੱਕ ਇਨੋਵੇਟਿਵ ਪਰਸਨ ਹੋਣ ਕਰਕੇ, ਇਨੋਵੇਟਿਵ ਮੀਨਸ ਕ੍ਰੀਏਟਿਵ ਪਰਸਨ ਹੋਣ ਕਰਕੇ ਮੈਂ ਆਪਦੀ ਲਾਈਫ ਦੇ ਵਿੱਚ ਬਹੁਤ ਸਾਰੀਆਂ ਅਚੀਵਮੈਂਟਸ ਅਚੀਵ ਕੀਤੀਆਂ ਨੇ, ਪਰ ਉਹਨਾਂ ਦੇ ਵਿੱਚੋਂ ਇੱਕ ਸਪੈਸ਼ਲ ਆ, ਅਤੇ ਹੈਂਸ ਇਟ ਇਜ਼ ਵਰਥ ਮੈਨਸ਼ਨਿੰਗ। ਵਰਥ ਮੈਨਸ਼ਨਿੰਗ ਦਾ ਮਤਲਬ ਹੈ ਕਿ ਉਹਨੂੰ ਮੈਂ ਅੱਜ ਦੱਸਣ ਲੱਗਿਆ ਹਾਂ ਆਪਣੀ ਕਨਵਰਸੇਸ਼ਨ ਦੇ ਵਿੱਚ। ਵਰਥ ਮੈਨਸ਼ਨਿੰਗ ਦਾ ਸਟਰਕਚਰ ਮਤਲਬ ਇਹਨੂੰ ਆਪਾਂ ਹਰ ਇੱਕ ਕਿਊ ਕਾਰਡ ਦੇ ਵਿੱਚ ਯੂਜ਼ ਕਰਦੇ ਹਾਂ। ਜੇ ਤੁਸੀਂ ਡਿਟੇਲ ਦੇ ਵਿੱਚ ਇਹਦਾ ਮਤਲਬ ਸਮਝਣਾ ਹੈ ਤਾਂ ਤੁਸੀਂ ਕੀ ਆ, ਮੇਰੀਆਂ ਪ੍ਰੀਵੀਅਸ ਵੀਡੀਓਜ਼ ਚੈੱਕ ਕਰ ਸਕਦੇ ਜੇ। ਤਾਂ ਇਹਦਾ ਜਿਹੜੀ ਆਪਣੀ ਇੰਟਰੋਡਕਸ਼ਨ ਆ, ਜਿਹੜਾ ਪਹਿਲਾ ਕਿਊ ਕਾਰਡ ਸੀਗਾ ਅਚੀਵਮੈਂਟ ਵਾਲਾ, ਉਹਦੀ ਇੰਟਰੋਡਕਸ਼ਨ ਇਹ ਬਣੂਗੀ ਕਿ ਮੈਂ ਕੀ ਇਨੋਵੇਟਿਵ ਪਰਸਨ ਹਾਂ, ਅਤੇ ਮੈਂ ਆਪਦੀ ਲਾਈਫ ਦੇ ਵਿੱਚ ਬਹੁਤ ਸਾਰੀਆਂ ਅਚੀਵਮੈਂਟਸ ਅਚੀਵ ਕੀਤੀਆਂ, ਪਰ ਉਹਨਾਂ ਦੇ ਵਿੱਚੋਂ ਇੱਕ ਚੀਜ਼ ਸਪੈਸ਼ਲ ਸੀ ਅਤੇ ਉਹਨੂੰ ਮੈਂ ਅੱਜ ਦੱਸਣ ਲੱਗਿਆ ਹਾਂ। ਵਰਥ ਮੈਨਸ਼ਨਿੰਗ ਮੀਨਸ ਆਈ ਐਮ ਗੋਇੰਗ ਟੂ ਡਿਸਕ੍ਰਾਈਬ ਇਟ ਇਨ ਡਿਟੇਲ। ਵੇਖੋ, ਇਹ ਤਾਂ ਸੀਗੀ ਆਪਣੀ ਪਹਿਲੇ ਕਿਊ ਕਾਰਡ ਦੀ ਇੰਟਰੋਡਕਸ਼ਨ। ਹੁਣ ਜੇ ਆਪਾਂ ਇਹ ਕਿਊ ਕਾਰਡ ਚੱਕਣਾ ਹੋਵੇ ਕਿ ਡਿਸਕ੍ਰਾਈਬ ਐਂਡ ਡਿਫੀਕਲਟ ਥਿੰਗ ਦੈਟ ਯੂ ਡਿਡ ਐਂਡ ਸਕਸੀਡਿਡ, ਉਹਦੀ ਇੰਟਰੋਡਕਸ਼ਨ ਕਿਵੇਂ ਹੋਊਗੀ, ਜਮਾਂ ਸੇਮ ਐਂ ਹੀ ਹੋਊਗੀ। ਬੀਇੰਗ ਐਨ ਇਨੋਵੇਟਿਵ ਪਰਸਨ ਆਈ ਹੈਵ ਡਨ ਮੈਨੀ ਡਿਫੀਕਲਟ ਥਿੰਗਸ ਇਨ ਮਾਈ ਲਾਈਫ ਬਟ ਵਨ ਆਫ ਦੈਮ ਇਜ਼ ਸਪੈਸ਼ਲ ਐਂਡ ਹੈਂਸ ਇਟ ਇਜ਼ ਵਰਥ ਮੈਨਸ਼ਨਿੰਗ। ਕਿ ਇੱਕ ਕ੍ਰੀਏਟਿਵ ਪਰਸਨ ਹੋਣ ਕਰਕੇ ਮੈਂ ਆਪਦੀ ਲਾਈਫ ਦੇ ਵਿੱਚ ਬਹੁਤ ਔਖੀਆਂ ਚੀਜ਼ਾਂ ਕੀਤੀਆਂ ਨੇ, ਪਰ ਉਹਨਾਂ ਦੇ ਵਿੱਚੋਂ ਇੱਕ ਚੀਜ਼ ਸਪੈਸ਼ਲ ਆ, ਅਤੇ ਉਹਨੂੰ ਅੱਜ ਮੈਂ ਦੱਸਣ ਲੱਗਿਆ ਹਾਂ। ਓਕੇ, ਵਰਥ ਮੈਨਸ਼ਨਿੰਗ ਮੀਨਸ ਮੈਂ ਉਹਨੂੰ ਅੱਗੇ ਦੱਸਣ ਲੱਗਿਆ ਹਾਂ। ਵੇਖੋ, ਇੰਟਰੋਡਕਸ਼ਨ ਵੀ ਜਿਵੇਂ ਆਪਾਂ ਇੱਕ ਵਰਡ ਚੇਂਜ ਕਰਤਾ, ਉਵੇਂ ਹੀ ਬਾਕੀ ਜਿਹੜੇ ਕਿਊਜ਼ ਨੇ ਉਸ ਹਿਸਾਬ ਨਾਲ ਚੇਂਜ ਕਰੀ ਜਾਣੇ ਆ, ਅਤੇ ਆਪਣੀ ਜਿਹੜੀ ਸੇਮ ਸਟੋਰੀ ਆ ਉਹ ਇਹਨਾਂ ਤਿੰਨਾਂ ਕਿਊ ਕਾਰਡਸ ਦੇ ਵਿੱਚ ਪੈ ਜੂਗੀ। ਸੋ ਲੈਟਸ ਮੂਵ ਟੂ ਦੀ ਕਿਊਜ਼। ਹੁਣ ਆਪਣਾ ਫਸਟ ਕਿਊ ਹੈ ਵਟ ਯੂ ਡਿਡ, ਐਂਡ ਸੈਕਿੰਡ ਕਿਊ ਆ ਵੈਨ ਯੂ ਡਿਡ। ਸੋ ਵਟ ਯੂ ਡਿਡ, ਇਟ ਵਾਜ਼ ਟੂ ਬਿਕਮ ਫਿਟ ਪਰਸਨ ਇਨ 3 months। ਕਿ ਮੈਂ ਕੀ ਅਚੀਵਮੈਂਟ ਅਚੀਵ ਕੀਤੀ ਆ, ਕਿ ਮੈਂ ਇੱਕ ਫਿੱਟ ਪਰਸਨ ਬਣਨਾ ਸੀਗਾ 3 ਮਹੀਨਿਆਂ ਦੇ ਵਿੱਚ। ਇਹ ਮੇਰੀ ਅਚੀਵਮੈਂਟ ਸੀ, ਅਤੇ ਇਹਦੇ 'ਤੇ ਮੈਂ ਪ੍ਰਾਊਡ ਫੀਲ ਕਰਦਾ ਹਾਂ, ਅਤੇ ਇਹੀ ਮੇਰੇ ਵਾਸਤੇ ਇੱਕ ਡਿਫੀਕਲਟ ਥਿੰਗ ਸੀਗੀ ਜਿਹੜੀ ਕਿ ਮੈਂ ਸਕਸੀਡ ਕੀਤੀ, ਅਤੇ ਇਹੀ ਇੱਕ ਪੋਜ਼ੀਟਿਵ ਚੇਂਜ ਸੀ। ਠੀਕ ਆ, ਤਿੰਨਾਂ ਕਿਊ ਕਾਰਡਸ ਦੇ ਵਿੱਚ ਆਪਾਂ ਸੇਮ ਬੋਲ ਸਕਦੇ ਹਾਂ। ਉਸ ਤੋਂ ਬਾਅਦ ਵੈਨ ਯੂ ਡਿਡ, actually it was the time of 2 years back when COVID-19 was spreading in the whole nation ਜਾਂ ਫਿਰ whole world. Due to that my country imposed lockdown for several months। ਕਿ ਐਕਚੁਅਲੀ ਇਹ 2 ਸਾਲ ਪਿੱਛੇ ਦੀ ਗੱਲ ਆ, ਕਿ 2 ਸਾਲ ਪਹਿਲਾਂ ਦੀ ਗੱਲ ਆ, ਜਦੋਂ COVID-19 ਸਪਰੈਡ ਕਰ ਰਿਹਾ ਸੀਗਾ ਪੂਰੇ ਵਰਲਡ ਦੇ ਵਿੱਚ, ਕਿ COVID-19 ਫੈਲ ਰਿਹਾ ਸੀਗਾ ਸਾਰੇ
ਵਰਲਡ ਦੇ ਵਿੱਚ। ਤਾਂ ਉਦੋਂ ਕੀ ਕੀਤਾ, ਮੇਰੀ ਕੰਟਰੀ ਨੇ ਲੋਕਡਾਊਨ ਇੰਪੋਜ਼ ਕਰਤਾ ਕੁਛ ਮਹੀਨਿਆਂ ਵਾਸਤੇ, ਠੀਕ ਆ। ਸੋ ਐਟ ਦੈਟ ਟਾਈਮ ਆਈ ਹੈਡ ਟੂ ਸਟੇ ਐਟ ਹੋਮ। ਸੋ ਉਸ ਟਾਈਮ 'ਤੇ ਮੈਨੂੰ ਆਪਦੇ ਘਰ ਰਹਿਣਾ ਪਿਆ, ਠੀਕ ਆ। ਡਿਊ ਟੂ sedentary lifestyle I gained immense weight, so that time I decided to lose my weight to look hale and hearty, ठीक है। मतलब sedentary lifestyle करके, sedentary lifestyle मतलब कोई फिजिकल एक्सरसाइज नहीं करनी, बस घरे बैठे बिठाए रहना, ठीक है। कोई फिजिकल एक्सरसाइज पार्क विच कोई एक्सरसाइज नहीं करनी, बस घरे बैठे रहना, ठीक है। खाई जाना तो बैठे रहना, मतलब वो लाइफस्टाइल करके मैं बहुत सारा वेट गेन कर लिया सीगा। तो फिर मैं डिसाइड किया कि मैं की आ आपदा वेट लॉस करूँगा ਤਾਂ जो मैं हेल एंड हर्टी विक सका। हेल एंड हर्टी मीनस फिट बन सका, ठीक है। Firstly, it was like climbing a mountain for me. Climbing a mountain means difficult ਸੀਗਾ। Climbing a mountain ਇੱਕ ਈਡੀਅਮ ਆ, ਵੇਖੋ ਕਿੱਡਾ ਸੌਖਾ ਈਡੀਅਮ ਤੁਹਾਨੂੰ ਮੈਂ ਦਿੱਤਾ ਹੈ। Climbing a mountain ਮਤਲਬ ਪਹਾੜ ਚੜ੍ਹਨਾ, ਪਹਾੜ ਚੜ੍ਹਨਾ ਮਤਲਬ ਡਿਫੀਕਲਟ ਕੰਮ। ਕਿ ਪਹਿਲਾਂ ਇਹ ਮੇਰੇ ਵਾਸਤੇ ਇੱਕ ਬਹੁਤ ਔਖਾ ਸੀਗਾ, ਬਿਕੋਜ਼ गेटिंग वेन इज़ क्वाइट ईजियर दैन लूजिंग इट। कि मतलब वेट गेन करना थोड़ा सौखा होंदा एज़ कंपेयर टू लूजिंग इट। तो उस टाइम की जिम भी सारे की क्लोज्ड सीगे, इस करके मेरे वास्ते थोड़ा आ डिफिकल्ट काम सी। फिर की कीता मैं, ऑन माई फ्रेंड्स एडवाइस आई स्टार्टेड इंटरमीडियंट फास्टिंग एंड टुक ऑल माई मील्स बिटवीन 9 AM to 6 PM। फिर मैं आपदे फ्रेंड दी एडवाइस ते की कीता, इंटरमीडियंट फास्टिंग शुरू की ਤੇ ਆਪਦੀਆਂ ਸਾਰੀਆਂ ਮੀਲਸ 9 ਵਜੇ ਤੋਂ ਲੈ ਕੇ 6 ਵਜੇ ਦੇ ਵਿੱਚ ਖਾਣੀਆਂ ਸ਼ੁਰੂ ਕੀਤੀਆਂ। ਇੰਟਰਮੀਡੀਐਂਟ ਫਾਸਟਿੰਗ ਦਾ ਮਤਲਬ ਹੁੰਦਾ ਹੈ ਫਾਸਟਿੰਗ ਕਰਨਾ ਜਾਂ ਡਾਈਟ ਫੋਲੋ ਕਰਨਾ, ਜਿਹਦੇ ਵਿੱਚ ਆਪਾਂ ਨੂੰ ਸਾਰੀਆਂ ਜਿਹੜੀਆਂ ਆਪਣੇ ਖਾਣਾ ਹੁੰਦਾ, ਜਿਹੜਾ ਵੀ ਕੁਛ ਖਾਣਾ ਹੁੰਦਾ ਆਪਾਂ ਸਾਰੇ ਦਿਨ ਦੇ ਵਿੱਚ, ਉਹ 9 ਵਜੇ ਤੋਂ ਲੈ ਕੇ 6 ਵਜੇ ਦੇ ਵਿੱਚ ਖਾ ਲਓ, ਜਿਹਦੇ ਨਾਲ ਆਪਣੇ ਸਟਮਕ ਨੂੰ ਐਕਸਟਰਾ ਹੈਲਪ ਮਿਲੂਗੀ ਤਾਂ ਜੋ ਉਹ ਆਪਣਾ ਫੂਡ ਡਾਈਜੈਸਟ ਈਜ਼ਲੀ ਕਰ ਪਾਵੇ, ਠੀਕ ਆ। ਕਿ ਮੈਂ ਆਪਦੇ ਫਰੈਂਡਸ ਦੀ ਐਡਵਾਈਸ 'ਤੇ ਇੰਟਰਮੀਡੀਐਂਟ ਫਾਸਟਿੰਗ ਸ਼ੁਰੂ ਕੀਤੀ ਅਤੇ ਜਿਹਦੇ ਨਾਲ ਮੇਰਾ ਕੀ ਆ ਸਟਮਕ ਨੂੰ ਹੈਲਪ ਮਿਲੀ ਤਾਂ ਜੋ ਉਹ ਫੂਡ ਈਜ਼ਲੀ ਡਾਈਜੈਸਟ ਕਰ ਪਾਵੇ। ਮੋਰ ਓਵਰ ਵੇਖੋ ਇੱਕ ਕਨੈਕਟਰ ਆ, ਆਪਾਂ ਕਨੈਕਟਰ ਵੀ ਵਿੱਚ ਯੂਜ਼ ਕਰ ਲਿਆ। ਆਈ ਅਵੋਇਡਡ ਓਇਲੀ ਫੂਡ ਕੰਪਲੀਟਲੀ ਵਿਦ ਪ੍ਰੋਪਰ ਡਿਸਿਪਲਿਨ ਐਂਡ ਕੰਸਿਸਟੈਂਸੀ। ਮੈਂ ਪੂਰੇ ਡਿਸਿਪਲਨ ਅਤੇ ਕੰਸਿਸਟੈਂਸੀ ਮਤਲਬ ਹਰ ਰੋਜ਼ ਕਰਨੀ ਜਿਹੜੀ ਚੀਜ਼ ਵੀ ਪੂਰੀ ਕੰਸਿਸਟੈਂਸੀ ਅਤੇ ਡਿਸਿਪਲਿਨ ਦੇ ਨਾਲ ਮੈਂ ਆਪਦਾ ਓਇਲੀ ਫੂਡ ਵੀ ਅਵੋਇਡ ਕਰਤਾ, ਜਿਹੜਾ ਕਿ ਸਾਡੇ ਘਰ ਦੇ ਵਿੱਚ ਬਣਾਇਆ ਜਾਂਦਾ ਸੀ, ਕਿਉਂਕਿ ਉਦੋਂ ਤੋਂ ਲੋਕਡਾਊਨ ਸੀ। ਫਿਰ ਜਿਹੜਾ ਵੀ ਕੁਛ ਬਣਦਾ ਸੀ ਘਰ 'ਚ ਹੀ ਬਣਦਾ ਸੀ, ਤਾਂ ਜਿੰਨੀਆਂ ਵੀ ਰੈਸਪੀਜ਼ ਜਾਂ ਜੋ ਵੀ ਜੰਕ ਫੂਡ ਘਰੇ ਬਣਦਾ ਸੀ ਉਹ ਮੈਂ ਕੰਪਲੀਟਲੀ ਅਵੋਇਡ ਕੀਤਾ। Then within 40 days of regular practice and following diet plan, I started looking fit and fine। ਫਿਰ 40 ਦਿਨਾਂ ਦੇ ਵਿੱਚ ਹੀ ਮੈਂ ਕੀ ਕੀਤਾ ਕਿ ਰੈਗੂਲਰ ਪ੍ਰੈਕਟਿਸ ਅਤੇ ਸਾਰੀ ਡਾਈਟ ਪਲਾਨ ਨੂੰ ਫੋਲੋ ਕਰਨ ਨਾਲ ਮੈਂ ਫਿਟ ਐਂਡ ਫਾਈਨ ਦਿਖਣਾ ਸ਼ੁਰੂ ਹੋ ਗਿਆ। ਇਨ ਐਡੀਸ਼ਨ ਟੂ ਇਟ ਆਈ ਬਿਕੇਮ ਐਨਰਜੈਟਿਕ ਟੂ। ਅਤੇ ਇਹਦੇ ਨਾਲ ਹੀ ਮੈਂ ਐਨਰਜੈਟਿਕ ਵੀ ਬਣ ਗਿਆ ਕਿ ਮੇਰੇ ਵਿੱਚ ਹੋਰ ਐਨਰਜੀ ਆ ਗਈ। ਫਿਰ ਕੀ ਹੋਇਆ, ਇਹ ਤਾਂ 40 ਦਿਨਾਂ ਦੇ ਵਿੱਚ ਹੀ ਐਂ ਹੋ ਗਿਆ, ਪਰ ਫਿਰ ਜਦੋਂ ਮੈਂ ਪੂਰੀ ਪ੍ਰੋਪਰ 3 ਮਹੀਨੇ ਤੱਕ ਐਂ ਕੀਤਾ, ਐਟ ਦੀ ਐਂਡ ਆਫ 3 months ਮੇਰੇ ਕੀ ਆ 12 ਕਿਲੋ ਵੇਟ ਮੈਂ ਲੂਜ਼ ਕਰ ਲਿਆ। ਐਂਡ ਆਈ ਹੈਡ ਬੋਟ ਪੈਰਾਡਾਈਮ ਸ਼ਿਫਟ ਇਨ ਮਾਈ ਲਾਈਫ ਐਂਡ ਦਸ ਆਈ ਵੋਨ ਦੀ ਚੈਲੰਜ, ਠੀਕ ਆ। ਅਤੇ ਇਹਦੇ ਨਾਲ ਕੀ ਹੋਇਆ, ਇੱਕ ਪੈਰਾਡਾਈਮ ਸ਼ਿਫਟ ਆਇਆ ਮੇਰੀ ਲਾਈਫ ਦੇ ਵਿੱਚ। ਪੈਰਾਡਾਈਮ ਸ਼ਿਫਟ ਮਤਲਬ ਇੱਕ ਪੋਜ਼ੀਟਿਵ ਚੇਂਜ ਆਇਆ ਮੇਰੀ ਲਾਈਫ ਦੇ ਵਿੱਚ, ਅਤੇ ਹੈਂਸ ਆਈ ਵੋਨ ਦੀ ਚੈਲੰਜ, ਅਤੇ ਮੈਂ ਉਸ ਚੈਲੰਜ ਨੂੰ ਜਿੱਤ ਚੁੱਕਿਆ ਸੀ, ਠੀਕ ਆ। ਆਈ ਫੈਲਟ ਵੰਡਰਫੁਲ ਬਿਕੋਜ਼ ਆਈ ਅਚੀਵਡ ਮਾਈ ਡਿਜ਼ਾਇਰਡ ਟਾਰਗੇਟ। ਅਤੇ ਮੈਂ ਵੰਡਰਫੁਲ ਫੀਲ ਕੀਤਾ ਕਿਉਂਕਿ ਜਿਹੜਾ ਵੀ ਮੈਂ ਟਾਰਗੇਟ ਸੈੱਟ ਕੀਤਾ ਹੋਇਆ ਸੀ ਮੈਂ ਉਹਨੂੰ ਅਚੀਵ ਕਰ ਚੁੱਕਿਆ ਸੀ। ਵੇਖੋ ਇੱਥੇ ਆਪਾਂ ਸਾਰਿਆਂ ਦੇ ਵਿੱਚ ਫੈਲਟ ਲਾਉਣਾ, ਫੈਲਟ ਇਨ ਸੈਂਸ ਸੈਕਿੰਡ ਫਾਰਮ ਲਾਉਣੀ ਹੈ, ਜਿਵੇਂ ਫੈਲਟ, ਅਚੀਵਡ, ਸਟਾਰਟਡ, ਠੀਕ ਹੈ, ਬੋਟ, ਐਵੇਂ ਕਰਕੇ ਸਾਰੀ ਜਿਹੜੀਆਂ ਵੀ ਚੀਜ਼ਾਂ ਆਪਾਂ ਲਾਉਣੀਆਂ, ਮੈਨੇਜਡ, ਸਾਰਿਆਂ ਦੇ ਵਿੱਚ ਸੈਕਿੰਡ ਫਾਰਮ ਲਾਉਣੀ ਕਿਉਂਕਿ ਆਪਾਂ ਪਾਸਟ ਦੀ ਗੱਲ ਕਰਨ ਰਹੇ ਹਾਂ ਇੱਥੇ। ਹੁਣ ਆਪਣਾ ਲਾਸਟ ਕਿਊ ਰਹਿ ਗਿਆ ਜਿਹੜਾ ਕਿ ਹੈਗਾ ਵਾਈ ਯੂ ਆਰ ਪ੍ਰਾਊਡ ਆਫ ਇਟ, ਕਿ ਤੁਸੀਂ ਇਹਦੇ 'ਤੇ ਪ੍ਰਾਊਡ ਕਿਉਂ ਜੇ। ਹੁਣ ਆਈ ਐਮ ਪ੍ਰਾਊਡ ਆਫ ਇਟ ਬਿਕੋਜ਼ ਆਈ ਬਿਕਮ ਰੋਲ ਮਾਡਲ ਫॉर ਮੈਨੀ ਪੀਪਲ ਐਂਡ ਦੇ ਆਲਸੋ ਬਿਕਮ ਫਿਟ ਪਰਸਨ ਆਫਟਰ ਗੈਟਿੰਗ ਇੰਸਪੀਰੇਸ਼ਨ ਫਰੋਮ ਮੀ। ਕਿ ਮੈਂ ਇਸ ਚੀਜ਼ 'ਤੇ ਪ੍ਰਾਊਡ ਤਾਂ ਫੀਲ ਕਰਦਾ ਵਾਂ ਕਿਉਂਕਿ ਮੈਂ ਇੱਕ ਰੋਲ ਮਾਡਲ ਬਣ ਗਿਆ ਸੀਗਾ ਲੋਕਾਂ ਵਾਸਤੇ, ਕਿਉਂਕਿ ਮੇਥੋਂ ਇੰਸਪਾਇਰ ਹੋ ਕੇ ਲੋਕ ਕਈ ਹੋਰ ਵੀ ਫਿਟ ਪਰਸਨ ਬਣ ਗਏ। ਲਾਈਕ ਮੇਰੇ ਫਰੈਂਡਸ ਜਾਂ ਫਿਰ ਮੇਰੀ ਫੈਮਿਲੀ ਮੈਂਬਰ ਦੇ ਵਿੱਚ ਕਈ ਲੋਕ ਹੈਗੇ ਸੀ ਜਿਹੜੇ ਕਿ ਬਹੁਤ ਮੋਟੇ ਸੀਗੇ, ਉਹ ਵੀ ਕੀ ਆ ਕਿ ਮੇਥੋਂ ਰੋਲ ਮਾਡਲ ਲੈ ਕੇ, ਮੇਥੋਂ ਇੰਸਪੀਰੇਸ਼ਨ ਲੈ ਕੇ ਉਹਨਾਂ ਨੇ ਵੀ ਸਟਾਰਟ ਕੀਤਾ ਤਾਂ ਉਹ ਵੀ ਬਣ ਗਏ। ਆਲ ਇਨ ਆਲ ਇਟ ਇਜ਼ ਐਨ ਅਚੀਵਮੈਂਟ ਦੈਟ ਆਈ ਐਮ ਪ੍ਰਾਊਡ ਆਫ। ਅਤੇ ਲਾਸਟ 'ਤੇ ਕੀ ਆ, ਆਪਾਂ ਉਹ ਕੁਐਸਚਨ ਲਾਈਨ ਰਿਪੀਟ ਕਰਨੀ ਆ। ਆਲ ਇਨ ਆਲ ਮੀਨਸ ਇਨ ਕਨਕਲੂਜ਼ਨ ਇਹੀ ਇੱਕ ਅਚੀਵਮੈਂਟ ਆ ਜਿਹਦੇ 'ਤੇ ਮੈਂ ਪ੍ਰਾਊਡ ਫੀਲ ਕਰਦਾ ਵਾਂ। ਸੋ ਇਟ ਇਜ਼ ਆਲ ਅਬਾਊਟ ਆਰ ਕਿਊ ਕਾਰਡ। ਇਹਦੇ ਵਿੱਚ ਆਪਾਂ ਹਰ ਇੱਕ ਚੀਜ਼ ਨੂੰ ਕਵਰ ਕੀਤਾ। ਸੋ ਇਫ you like the video, kindly subscribe, like and share with your friends.